तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम श्री वाहेगुरु जी। हे प्राण नाथ गोविंदे कृपा निधान जगद गुरु। हे संसार ताप हरने करुणा मैं सब दुख हरो। हे शरण जोग दयाले दीनानाथ मया करो। शरीर स्वस्थ खीन समय सिमरंत नानक राम दामोदर माधवे। श्री हरि कृष्ण त्याइयै जिस डिठै सब दुख जाए। तेग बहादुर सिमरियै कर नाम नित आवे ताए। तेग बहादुर सिमरियै कर नाम नित आवे ताए। सब थाई होए सहाय। परम सन्मानयोग जुगो जुग अटल तख्त चौर छत्र ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਆਪ ਸੰਗਤ ਦੇਸ਼ ਅਤੇ ਵਿਦੇਸ਼ ਦੇ ਅੰਦਰ ਸਤਿਗੁਰ ਮਹਾਰਾਜ ਜੀ ਦੇ ਪਾਵਨ ਜੀਵਨ ਨੂੰ ਸਰਵਨ ਕਰ ਰਹੇ ਹੋ। ਅੱਜ ਦੀ ਵਿਚਾਰ ਤੋਂ ਪਹਿਲਾਂ ਆਓ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਣਾ ਕਰੀਏ। ਆਪ ਸੰਗਤ ਆਸੀਸ ਬਖਸ਼ੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰਾਂ ਨੇ ਦਿੱਲੀ ਦੇ ਵਿੱਚ ਪੜਾਅ ਕਰਨਾ ਕੀਤਾ। ਇਸ ਤੋਂ ਇਲਾਵਾ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਗਰਾ, ਇਟਾਵਾ ਅਤੇ ਕਾਨਪੁਰ ਜਾਂਦੇ ਨੇ। ਇਤਿਹਾਸ ਦੀ ਲੜੀ ਆਪਾਂ ਪਿੱਛੇ ਸਰਵਣ ਕੀਤਾ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਔਰੰਗਜ਼ੇਬ ਦੇ ਨਾਲ ਵੀ ਮੁਲਾਕਾਤ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਅਨੇਕਾਂ ਦੁਖਿਆਰਿਆਂ ਦਾ ਦਰਦ ਨੂੰ ਹਰਿਆ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਇੱਕ ਨਗਰ ਜਿੰਦਾ ਨਾਂ ਕੜਾ ਮਾਨਕਪੁਰ ਲਿਖਿਆ। ਗੁਰੂਦੇਵ ਪਾਤਸ਼ਾਹ ਕੜਾ ਮਾਨਕਪੁਰ ਜਾਂਦੇ ਨੇ। ਪੁਰਾਤਨ
ਮਿੱਥ ਆਖਦੀ ਹੈ ਕਿ ਇੱਥੇ ਇਸ ਨਗਰ ਦਾ ਪਹਿਲਾ ਨਾਮ ਜਿਹੜਾ ਸੀ ਉਹ ਸੀ ਕਾਲਾ ਨਗਰ। ਇਸ ਨਗਰ ਦੇ ਅੰਦਰ ਕਾਲੇਸ਼ਵਰ ਦਾ ਮੰਦਿਰ ਬਣਿਆ, ਜਿੰਦੇ ਕਰਕੇ ਇਹਨੂੰ ਕਾਲਾ ਨਗਰ ਆਖਿਆ ਜਾਂਦਾ। ਬਾਅਦ ਵਿੱਚ ਕਲਾ ਕੜਾ ਮਾਨਕਪੁਰ ਇਸ ਨਗਰ ਦਾ ਜਿਹੜਾ ਸੀ ਉਹ ਨਾਮ ਬਣਿਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵੇਲੇ ਇਸ ਨਗਰ ਦੇ ਵਿੱਚ ਪਹੁੰਚਦੇ ਨੇ, ਇਸ ਨਗਰ ਦੇ ਵਿੱਚ ਇੱਕ ਜੋਗੀ ਜਿਹੜਾ ਵੈਸ਼ਨਵ ਸਾਧੂ ਹੈ, ਜਿੰਦਾ ਨਾਂ ਇਤਿਹਾਸ ਨੇ ਮਲੂਕ ਦਾਸ ਲਿਖਿਆ, ਉਹ ਇਸ ਨਗਰ ਦੇ ਵਿੱਚ ਤੇ ਜਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਅਸਥਾਨ ਤੇ ਜਾਂਦੇ ਨੇ ਤੇ ਉਸ ਵੇਲੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਇਹਨੇ ਮਿਲਣ ਤੋਂ ਇਨਕਾਰ ਕੀਤਾ। ਇਹਦੇ ਬਚਨ ਸਨ, ਕਿਉਂਕਿ ਇਹ ਆਪਣੇ ਆਪ ਨੂੰ ਵੈਸ਼ਨਵ ਸਾਧੂ ਆਖਦਾ ਸੀ ਤੇ ਇਤਿਹਾਸ ਨੇ ਬਚਨ ਲਿਖੇ ਨੇ, ਹਮੇ ਵੈਸ਼ਨੋ ਵਿਵਹਾਰ ਗੁਰ ਕਰੇ ਮਾਸ ਆਹਾਰ। ਕੁਝ ਹੰਕਾਰ ਹੋ ਗਿਆ ਕਿ ਮੈਂ ਵੈਸ਼ਨਵ ਸਾਧੂ, ਮੈਂ ਭਗਤੀ, ਮੈਂ ਪਰਮਾਤਮਾ ਨੂੰ ਪ੍ਰਸੰਨ ਕਰਨ ਵਾਸਤੇ ਦੁਨੀਆ ਦੇ ਜਿਹੜੇ ਰਸ ਕਸ ਸਨ ਉਹਨਾਂ ਨੂੰ ਤਿਆਗ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਤੇ ਕਿੰਤੂ ਕੀਤੀ ਕਿ ਗੁਰ ਕਰੇ ਮਾਸ ਆਹਾਰ ਹਮੇ ਵੈਸ਼ਨੋ ਵਿਵਹਾਰ, ਕਿ ਮੈਂ ਵੈਸ਼ਨਵ ਹਾਂ ਤੇ ਗੁਰੂ ਜਿਹੜੇ ਹਨ ਉਹਨਾਂ ਦੇ ਜਿਹੜਾ ਆਹਾਰ ਹੈ ਉਹਦੇ ਵਿੱਚ ਮਾਸ ਦਾ ਜਿਹੜਾ ਪ੍ਰਯੋਗ ਕੀਤਾ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਲਾ ਵਾਪਰੀ, ਜਦ ਇਹਨੇ ਭੋਜਨ ਆਪਣਾ ਤਿਆਰ ਕੀਤਾ ਤੇ ਠਾਕੁਰਾਂ ਦੀ ਸੇਵਾ ਦੇ ਵਿੱਚ, ਮੂਰਤੀਆਂ ਦੀ ਸੇਵਾ ਦੇ ਵਿੱਚ ਇਹ ਜਾਂਦਾ ਹੈ ਤੇ ਇਹਨੇ ਉਹਨਾਂ ਮੂਰਤੀਆਂ ਨੂੰ ਭੋਗ ਲਗਾਉਣ ਵਾਸਤੇ ਜਦੋਂ ਭੋਜਨ ਦੇ ਉੱਤੋਂ ਉਹ ਥਾਲ ਦੇ ਉੱਤੋਂ ਕੱਪੜਾ ਚੁੱਕਿਆ ਤੇ ਉਹਨਾਂ ਭੋਜਨਾਂ ਦੇ ਵਿੱਚੋਂ ਉਹ ਪਰੋਸੇ ਹੋਏ ਥਾਲਾਂ ਦੇ ਵਿੱਚ ਜਦੋਂ ਇਹਨੇ ਦੇਖਿਆ ਕਿ ਹਰ ਇੱਕ ਜਿਹੜਾ ਭੋਜਨ ਬਣਾਇਆ ਗਿਆ ਉਹਦੇ ਵਿੱਚ ਮਾਸ ਹੈ। ਹੁਣ ਠਾਕੁਰਾਂ ਨੂੰ ਰੋਜ਼ ਭੋਗ ਲਗਾਉਂਦਾ ਸੀ, ਵੈਸ਼ਨਵ ਸੀ, ਪਰ ਅੱਜ ਜਿਹੜਾ ਸੀ ਉਹ ਇਸ ਕੌਤਕ ਨੂੰ ਦੇਖ ਕੇ ਹੈਰਾਨ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਬਾਣੀ ਦੇ ਵਿੱਚ ਇਹ ਸੋਝੀ ਬਖਸ਼ਿਸ਼ ਕੀਤੀ। ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਲਾਰ ਰਾਗ ਦੇ ਅੰਦਰ ਬਚਨ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸਲ ਦੇ ਵਿੱਚ ਕੇਵਲ ਇਨਸਾਨ ਜਿਹੜਾ ਹੈ ਨਾ, ਉਹ ਧਰਮ ਦੇ ਨਾਂ 'ਤੇ ਨਾ ਝਗੜਾ ਹੀ ਪਾ ਕੇ ਬੈਠਾ ਹੈ। ਜੋ ਗਿਆਨ ਅਸਲ ਹੈ, ਜਿਹੜੀ ਸਮਝ ਅਸਲ ਹੋਣੀ ਚਾਹੀਦੀ, ਉਹ ਇਹਦੇ ਅੰਦਰ ਨਹੀਂ। ਇਹ ਕੇਵਲ ਝਗੜੇ ਦੇ ਵਿੱਚ ਹੀ ਇਹ ਸਾਰੇ ਵਿਵਹਾਰ ਕਰੀ ਜਾ ਰਿਹਾ। ਤੇ ਸਤਿਗੁਰੂ ਮਹਾਰਾਜ ਜੀ ਦੀ ਕਲਾ ਇੱਥੇ ਵੀ ਵਾਪਰੀ ਜਦੋਂ ਇਸ ਪੰਡਤ ਦਾ, ਇਸ ਮਲੂਕ ਦਾਸ ਜੋਗੀ ਵੈਸ਼ਨਵ ਸਾਧੂ ਦਾ ਹੰਕਾਰ ਟੁੱਟਿਆ ਤੇ ਕਹਿੰਦੇ ਨੇ ਦਾਲ ਮਾਹ ਮਾਸ ਤਿਨ ਦੇਖਾ, ਭਾਂਤ ਮਾਂ ਪੰਛੀ ਪਰ ਪੇਖਾ। ਹਰ ਚੀਜ਼ ਦੇ ਅੰਦਰ, ਦਾਲ ਦੇ ਅੰਦਰ, ਮਾਂ ਦੀ ਦਾਲ ਦੇ ਅੰਦਰ ਇਹਨੇ ਹਰ ਥਾਂ ਤੇ ਜਿਹੜਾ ਸੀ ਮਾਸ ਨੂੰ ਵੇਖਿਆ। ਭਾਤ ਮਾਹ ਪੰਛੀ ਪਰ ਪੇਖਾ, ਭਾਤ ਜਿਹੜੇ ਉਹ ਚੌਲ ਬਣਾਏ ਹੋਏ ਸੀ ਭੋਗ ਲਵਾਉਣ ਵਾਸਤੇ, ਉਹਨਾਂ ਦੇ ਵਿੱਚ ਵੀ ਮਾਸ ਇਹਨੂੰ ਦਿਖਾਈ ਦੇਵੇ। ਸਤਿਗੁਰੂ ਮਹਾਰਾਜ ਜੀ ਦੇ ਕੋਲ ਫਿਰ ਇਹ ਆਇਆ। ਸਤਿਗੁਰੂ ਮਹਾਰਾਜ ਜੀ ਨੇ ਫਿਰ ਇਹਦੇ ਸ਼ੰਕਾ ਜਿਹੜਾ ਸੀ ਨਾ ਮਨ ਦਾ, ਉਹਨੂੰ ਹਰਨਾ ਕੀਤਾ। ਮਨ ਦੇ ਸ਼ੰਕੇ ਨੂੰ ਗੁਰੂਦੇਵ ਸੱਚੇ ਪਾਤਸ਼ਾਹ ਮਹਾਰਾਜ ਦੂਰ ਕਰਦੇ ਆ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ। ਮਹਾਰਾਜ ਬਿਨ ਤਤ ਵਿਚਾਰ ਨਹੀਂ ਮਿਟੇ ਉਪਾਦਾ। ਜਿੰਨੀ ਦੇਰ ਤੱਕ ਤਤ ਗਿਆਨ ਜਿਹੜਾ ਹੈ ਉਹ ਹਿਰਦੇ ਵਿੱਚ ਨਹੀਂ ਆਉਂਦਾ, ਉਨੀ ਦੇਰ ਤੱਕ ਜਿਹੜਾ ਹੰਕਾਰ ਹੈ ਉਹ ਟੁੱਟ ਨਹੀਂ ਸਕਦਾ। ਤਤ ਗਿਆਨ ਹੀ ਅਸਲ ਦੇ ਵਿੱਚ ਨਾ ਜੀਵਨ ਨੂੰ ਸੁਧਾਰਨ ਦੇ ਵਾਸਤੇ ਜਾਂ ਜੀਵਨ ਸ਼ੈਲੀ ਨੂੰ ਬਦਲਣ ਵਾਸਤੇ, ਇੱਕ ਨਵੀਂ ਦਿਸ਼ਾ ਦੇਣ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਤਤ ਗਿਆਨ, ਗੁਰਬਾਣੀ ਗਿਆਨ, ਇਸ ਸ਼ਬਦ ਦੀ ਰੌਸ਼ਨੀ ਨੂੰ ਸਤਿਗੁਰੂ ਮਹਾਰਾਜ ਜੀ ਨੇ ਦਿੱਤਾ। ਔਰ ਮਹਾਰਾਜ ਜੀ ਨੇ ਇਹ ਦੱਸਿਆ ਕਿ ਦੇਖੋ ਇਹ ਦੋਹਾ ਜਦੋਂ ਫਿਰ ਮਿਲਦਾ ਹੈ ਸਤਿਗੁਰੂ ਮਹਾਰਾਜ ਨੂੰ, ਮਲੂਕ ਦਾਸ ਤੇ ਉਹਨੇ ਬੇਨਤੀ ਵੀ ਕੀਤੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਲੂਕਾ ਪਾਪੀ ਪੇਟ ਕੋ ਭਗਤ ਨਾ ਜਾਨੀ ਤੋਹੇ। ਇਹ ਉਸ ਮਲੂਕ ਦਾਸ ਜਿਹੜਾ ਸੀ ਉਹ ਜੋਗੀ ਨੇ ਇਹ ਦੋਹਾ ਉਚਾਰਨ ਕੀਤਾ ਤੇ ਇਤਿਹਾਸਕਾਰ ਲਿਖਦੇ ਨੇ ਕਿ ਮਲੂਕਾ, ਉਹਨੇ ਦੋਹੇ ਦੇ ਵਿੱਚ ਕਹਿੰਦਾ ਹੈ ਕਿ ਮਲੂਕਾ ਅਸਲ 'ਚ ਪਾਪੀ ਪੇਟ ਦਾ ਭਗਤ ਬਣ ਕੇ ਬੈਠਾ ਹੈ। ਇਹ ਬਸ ਸਾਰਾ ਕੁਝ ਜੋ ਕੁਝ ਕਰਦਾ ਪਿਆ ਇਹ ਪੇਟ ਦੇ ਵਾਸਤੇ ਕਰਦਾ। ਅਸਲ 'ਚ ਧਰਮ ਜਿਹੜਾ ਸੀ ਉਹ ਅੰਦਰੋਂ ਕਮਾਉਣ ਦਾ ਯਤਨ ਕਰਨਾ ਸੀ, ਪਰ ਇਹ ਬਾਹਰੋਂ ਧਰਮੀ ਬਣਦਾ ਪਿਆ ਹੈ, ਅੰਦਰੋਂ ਧਰਮੀ ਨਹੀਂ ਹੈ। ਮਲੂਕਾ ਪਾਪੀ ਪੇਟ ਕੋ ਭਗਤ ਨਾ ਜਾਨੀ
ਤੋਹੇ ਭਗਤੀ ਲਿਖੀ ਥੀ ਅਵਰ ਨੇ ਪ੍ਰਭ ਧੋਖੇ ਦਈ ਮੋਹੇ। ਕਹਿੰਦਾ ਮਹਾਰਾਜ ਦੇਖੋ ਅਸਲ 'ਚ ਨਾ ਭਗਤੀ ਤੇ ਕਿਸੇ ਹੋਰ ਦੇ ਚਰਨਾਂ ਵਿੱਚ, ਕਿਸੇ ਹੋਰ ਦੇ ਕਰਮਾਂ ਦੇ ਵਿੱਚ ਪ੍ਰਮਾਤਮਾ ਨੇ ਲਿਖੀ ਸੀ। ਇਹ ਤਾਂ ਧੋਖੇ ਦੇ ਨਾਲ ਜਿੱਦਾਂ ਮੈਂ ਪ੍ਰਾਪਤ ਕਰ ਲਈ ਹੋਵੇ। ਲੋਕ ਮੈਨੂੰ ਰੱਬ ਦਾ ਭਗਤ ਆਖਦੇ ਨੇ, ਪਰ ਅਸਲ ਦੇ ਵਿੱਚ ਮਹਾਰਾਜ ਮੈਂ ਭਗਤ ਕੋਈ ਨਹੀਂ, ਮੈਂ ਤਾਂ ਪਖੰਡ ਕਰਦਾ ਪਿਆ ਹਾਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਦੱਸਿਆ, ਉੱਥੇ ਉਹਨੂੰ ਸਮਝਾਉਣਾ ਕੀਤਾ ਕਿ ਭੋਜਨ ਜਿਹੜਾ ਹੈ ਨਾ, ਇਹ ਸਰੀਰ ਦੀ ਖੁਰਾਕ ਹੈ, ਤੇ ਜਿਹੜੀ ਸਰੀਰ ਦੀ ਖੁਰਾਕ ਹੈ ਇਹ ਸਰੀਰ ਨੂੰ ਚਲਾਉਣ ਵਾਸਤੇ ਹੈ। ਭਜਨ ਜਿਹੜਾ ਹੈ ਉਹ ਆਤਮਾ ਦੀ ਖੁਰਾਕ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਇਹੀ ਕਿਹਾ ਸੀ ਕਿ ਇਹ ਝਗੜੇ ਦੇ ਵਿੱਚ ਤੁਸੀਂ ਕੇਵਲ ਪਏ ਹੋ। ਜੋ ਅਸਲ ਗਿਆਨ ਹੈ, ਜਿੰਦੇ ਕਰਕੇ ਰੱਬ ਦੀ ਪ੍ਰਾਪਤੀ ਹੋਣੀ ਹੈ, ਪ੍ਰਮਾਤਮਾ ਦੀ ਸੋਝੀ ਆਉਣੀ ਹੈ, ਉਹ ਗਿਆਨ ਤੁਹਾਡੇ ਮਨ ਦੇ ਵਿੱਚ ਨਹੀਂ, ਤੇ ਨਾ ਹੀ ਤੁਸੀਂ ਉਹਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ। ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਇਹਨੇ ਦੋਹਾ ਕਿਹਾ ਕਿ ਮਹਾਰਾਜ ਮੈਂ ਤਾਂ ਕੇਵਲ ਪਾਪੀ ਪੇਟ ਦੇ ਵਾਸਤੇ ਜਿਹੜਾ ਹੈ ਉਹ ਭਗਤੀ ਦਾ ਇੱਕ ਪਹਿਰਾਵਾ, ਇੱਕ ਢੋਂਗ, ਇੱਕ ਵਿਖਾਵਾ ਲੋਕਾਂ ਨੂੰ ਕਰਕੇ ਦਿਖਾਉਂਦਾ ਹਾਂ। ਮਹਾਰਾਜ ਜੀ ਦੇ ਬਚਨ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਜੇ ਕਿਸੇ ਨੂੰ ਵਸ ਦੇ ਵਿੱਚ ਕਰਨ ਵਾਸਤੇ ਲੋਕ ਕੀ ਕਰਦੇ ਸੀ ਕਿ ਪੁਰਾਣੇ ਸਮੇਂ ਤੋਂ ਭੇਖ ਬਣਾ ਲੈਣਾ। ਕਿਸੇ ਨੇ ਭਗਤ ਦਾ, ਸੰਤ ਦਾ, ਸ਼ੇਖ ਦਾ, ਕਈ ਤਰ੍ਹਾਂ ਦੇ ਭੇਖ ਬਣਾਉਣੇ, ਜਿਸ ਭੇਖ ਨੂੰ ਵੇਖ ਕਰਕੇ ਲੋਕ ਜਿਹੜੇ ਸੀ ਉਹ ਪ੍ਰਭਾਵਿਤ ਹੋ ਜਾਣਾ, ਤੇ ਲੋਕਾਂ ਦੀ ਭੀੜ ਜਿਹੜੀ ਸੀ ਉਸ ਭੇਖੀ ਦੇ ਪਿੱਛੇ ਪਿੱਛੇ ਤੁਰਨੀ ਸ਼ੁਰੂ ਹੋ ਜਾਣੀ। ਮਹਾਰਾਜ ਪਾਤਸ਼ਾਹ ਜੀ ਨੇ ਫਿਰ ਕਿਰਪਾ ਕੀਤੀ। ਸਤਿਗੁਰੂ ਮਹਾਰਾਜ ਜੀ ਵੱਲੋਂ ਇੱਕ ਦੋਹਰਾ ਲਿਖਿਆ ਗਿਆ ਕਿ ਸੁਨ ਮਲੂਕ ਹਰ ਕੇ ਭਗਤ। ਮਹਾਰਾਜ ਦੇਖੋ, ਜਿੱਦਣ ਕੋਈ ਗੁਰੂ ਕੀ ਹਜ਼ੂਰੀ ਵਿੱਚ ਆ ਜਾਂਦਾ ਹੈ, ਗੁਰੂ ਅੰਦਰਲੇ ਪਰਦੇ ਉਘੇੜ ਦਿੰਦਾ ਹੈ। ਅੰਦਰ ਜਿਹੜੀ ਮਰ ਚੁੱਕੀ ਜਿਹੜੀ ਉਹਦੀ ਜਗਿਆਸਾ, ਸਤਿਗੁਰੂ ਮਹਾਰਾਜ ਉਹਨੂੰ ਪੁਨਰ ਜੀਵਨ ਦੇ ਦਿੰਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਵੀ ਜਿਸ ਦਿਨ ਸੱਜਣ ਨੂੰ ਮਿਲੇ ਸੀ, ਉਹਦੇ ਅੰਦਰ ਦੀ ਅਧਿਆਤਮਿਕਤਾ ਜਿਹੜੀ ਸੀ ਉਹ ਮਰ ਚੁੱਕੀ ਸੀ। ਪਰ ਜਿੱਦਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਉਚਾਰਨ ਕਰਕੇ ਆਖਿਆ ਸੀ ਕਿ ਅਸਲ ਦੇ ਵਿੱਚ ਜਿਹੜੇ ਤੂੰ ਕਰਮ ਕਰਦਾ ਹੈ ਉਹ ਰੱਬ ਤੋਂ ਲੁਕੇ ਛਿਪੇ ਨਹੀਂ ਨੇ। ਅਸੀਂ ਪਰਦੇ ਕਰਕੇ ਰੱਬ ਤੋਂ ਕਰਮ ਕਰ ਸਕਦੇ ਹਾਂ, ਪਰ ਰੱਬ ਤੋਂ ਪਰਦਾ ਕੋਈ ਨਹੀਂ ਹੋ ਸਕਦਾ। ਉਹਦੇ ਭਾਗ ਚੰਗੇ ਸੀ ਕਿ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਵਾਪਰੀ ਤੇ ਉਹਨੂੰ ਜੀਵਨ ਜੁਗਤ ਪ੍ਰਾਪਤ ਹੋਈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਮਲੂਕ ਦਾਸ ਨੂੰ ਆਖਦੇ ਨੇ ਕਿ ਸੁਣ ਮਲੂਕ ਹਰ ਕੇ ਭਗਤ, ਤੂੰ ਅੱਜ ਤੋਂ ਹਰੀ ਦਾ ਭਗਤ ਬਣ ਗਿਆ, ਕਿਉਂਕਿ ਤੂੰ ਇਹ ਮੰਨ ਲਿਆ ਕਿ ਮੈਂ ਸੱਚਮੁੱਚ ਪਖੰਡ ਕਰਦਾ ਸੀ, ਪਾਪੀ ਪੇਟ ਕੋ ਭਗਤ ਸਾਂ। ਮੈਂ ਭਗਤ ਨਹੀਂ, ਸਿਰਫ ਪੇਟ ਦੀ ਖਾਤਰ ਅਡੰਬਰ ਰਚ ਕੇ ਬੈਠਾ ਸੀ। ਸੁਨ ਮਲੂਕ ਹਰ ਕੇ ਭਗਤ, ਨਹਿ ਰਾਖੋ ਮਨ ਦਰੋਹੇ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਦੇਖ ਮਲੂਕ, ਤੂੰ ਮਨ ਦੇ ਵਿੱਚ ਇਹ ਦੁਬਿਧਾ ਨਾ ਰੱਖ, ਤੂੰ ਮਨ ਦੇ ਵਿੱਚੋਂ ਦੁਚਿੱਤਾਪਨ ਜਿਹੜਾ ਹੈ ਕੱਢ ਦੇ। ਭਗਤ ਲਿਖੀ ਥੀ ਅਵਰ ਕੋ ਕਰ ਕਿਰਪਾ ਦੇਈ ਤੋਹੇ। ਕਿ ਭਗਤ ਤਾਂ ਹੋਰ ਕਿਸੇ ਦੇ ਕਰਮਾਂ ਦੀ ਸੀ, ਪਰ ਤੇਰੇ ਕਰਮ ਜਾਗੇ, ਤੇਰੇ ਉੱਤੇ ਗੁਰੂ ਦੀ ਕਿਰਪਾ ਵਾਪਰੀ, ਕਰ ਕਿਰਪਾ ਦਈ ਤੋਹੇ। ਗੁਰੂ ਨੇ ਕਿਰਪਾ ਕਰਕੇ ਤੈਨੂੰ ਇਹ ਭਗਤੀ ਦੀ ਦਾਤ ਜਿਹੜੀ ਹੈ ਦੇ ਦਿੱਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਮਲੂਕ ਦਾਸ ਨੂੰ ਜਦੋਂ ਮਹਾਰਾਜ ਤੁਰਨ ਲੱਗੇ ਨੇ ਉੱਥੋਂ, ਤੇ ਸਤਿਗੁਰੂ ਮਹਾਰਾਜ ਨੂੰ ਕਹਿੰਦਾ ਮਹਾਰਾਜ ਆਪ ਜੀ ਦੇ ਦਰਸ਼ਨ ਕੀਤੇ ਮਨ ਨੂੰ ਤ੍ਰਿਪਤੀ ਆਉਂਦੀ ਸੀ, ਮਨ ਨੂੰ ਠੰਡ ਪੈਂਦੀ ਸੀ, ਮੇਰਾ ਮਨ ਆਪ ਜੀ ਦੇ ਦਰਸ਼ਨਾਂ ਕਰਕੇ ਟਿਕਦਾ ਸੀ। ਸਤਿਗੁਰੂ ਮਹਾਰਾਜ ਆਪ ਚੱਲਿਓ, ਹੁਣ ਮਨ ਨੂੰ ਮੈਂ ਕਿਵੇਂ ਟਿਕਾਵਾਂਗਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੁਰਬਾਣੀ ਦਾ ਗੁਟਕਾ ਦਿੱਤਾ, ਬਾਣੀ ਦਿੱਤੀ। ਸਤਿਗੁਰੂ ਮਹਾਰਾਜ ਜੀ ਨੇ ਬਾਣੀ ਦਾ ਗੁਟਕਾ ਦੇ ਕੇ ਆਖਿਆ ਸੀ, ਕਹਿਣ ਲੱਗੇ ਇਹਦਾ ਪਾਠ ਕਰਨਾ, ਜਿਉਂ-ਜਿਉਂ ਬਾਣੀ ਪੜ੍ਹੋਗੇ ਇਹਦੇ ਵਿੱਚੋਂ ਗੁਰੂ ਦੇ ਦੀਦਾਰ ਹੋਣਗੇ। ਇੱਕ ਅੰਗਰੇਜ਼ ਵਿਦਵਾਨ ਸੀ, ਉਹ ਕਹਿੰਦਾ ਜਦੋਂ ਮੈਂ ਜਪਜੀ ਪੜ੍ਹਦਾ ਤੇ ਮੈਨੂੰ ਐਵੇਂ ਮਹਿਸੂਸ ਹੁੰਦਾ ਹੈ ਕਿ ਇਹਦੇ ਵਿੱਚੋਂ ਗੁਰੂ ਨਾਨਕ ਦੇਵ ਮਹਾਰਾਜ ਬਾਹਾਂ ਬਾਹਰ ਕੱਢ ਕੇ ਤੇ ਮੈਨੂੰ ਕਲਾਵੇ ਦੇ ਵਿੱਚ ਲੈਂਦੇ ਹੋਵਣ। ਮੈਂ ਆਨੰਦ ਸਾਹਿਬ ਪੜ੍ਹਦਾ ਤੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪਣੀ ਬੁੱਕਲ, ਆਪਣੇ ਕਲਾਵੇ ਦੇ ਵਿੱਚ ਲੈ ਕਰਕੇ ਮੈਨੂੰ ਆਪਣਾ ਬਣਾਉਂਦੇ ਪਏ ਹੋਵਣ। ਇਹ ਸੱਚਮੁੱਚ ਗੁਰੂ ਨਾਨਕ ਦਾ ਹਿਰਦਾ ਹੈ ਗੁਰਬਾਣੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਦਾ ਗੁਟਕਾ ਦੇ ਕੇ ਆਖਿਆ ਸੀ ਕਿ ਮਲੂਕ ਦਾਸ ਬਾਣੀ ਦਾ ਪਾਠ ਰੋਜ਼ ਕਰਨਾ, ਇਸ ਬਾਣੀ ਦੇ ਵਿੱਚੋਂ ਫਿਰ ਸਾਡੇ ਦੀਦਾਰ ਹੋਣਗੇ।
ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ। ਮਲੂਕ ਦਾਸ ਨੂੰ ਕਿਸੇ ਨੇ ਪੁੱਛਿਆ, ਕਹਿਣ ਲੱਗੇ ਕਿ ਇਹ ਦੱਸੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਇੱਧਰ ਕਿਉਂ ਆਏ, ਇਸ ਇਲਾਕੇ ਦੇ ਵਿੱਚ, ਇਸ ਮਾਨਕਪੁਰ ਦੇ ਇਲਾਕੇ ਦੇ ਵਿੱਚ ਕਿਉਂ ਆਏ। ਹਿਰਦਾ ਇੰਨਾ ਕੁ ਬਾਣੀ ਗੁਰੂ ਦੀ ਆਬਾ ਦੇ ਨਾਲ ਪਵਿੱਤਰ ਹੋ ਚੁੱਕਿਆ ਸੀ ਮਲੂਕ ਦਾਸ ਦਾ। ਕਹਿਣ ਲੱਗਾ, ਮੇਰੇ ਵਰਗਿਆਂ ਅਟਕਿਆਂ ਨੂੰ ਤੋਰਨ ਵਾਸਤੇ ਆਏ, ਮੇਰੇ ਵਰਗੇ ਭੁੱਲਿਆਂ ਨੂੰ ਸਮਝਾਉਣ ਵਾਸਤੇ ਆਏ। ਕਹਿੰਦੇ ਇਹ ਤਾਂ ਤਰਸ ਸੀ ਕਿ ਭੁੱਲਿਆਂ ਭਟਕਿਆਂ ਨੂੰ ਤੋਰਨ ਵਾਸਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਪ ਉੱਥੇ ਪਹੁੰਚ ਗਏ। ਸਤਿਗੁਰੂ ਮਹਾਰਾਜ ਇੱਥੇ ਫਿਰ ਅਹੀਆਪੁਰ ਮੁਹੱਲੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਟਿਕਾਣਾ ਕੀਤਾ। ਗੁਰਦੁਆਰਾ ਉੱਥੇ ਬਣਿਆ, ਪੱਕੀ ਸੰਗਤ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਫਿਰ ਇੱਥੋਂ ਅੱਗੇ ਜਿਹੜਾ ਸੀ ਉਹ ਪ੍ਰਯਾਗ ਜਾਂਦੇ ਨੇ। ਪ੍ਰਯਾਗਰਾਜ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ 15 ਦਿਨ ਜਿਹੜਾ ਸੀ ਉਹ ਨਿਵਾਸ ਵੀ ਕੀਤਾ। ਮਹਾਰਾਜ ਪਾਤਸ਼ਾਹ ਜੀ ਇੱਥੇ ਹੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਜੀਵਨੀ ਦੇ ਵਿੱਚ, ਜਾਂ ਬਚਿੱਤਰ ਨਾਟਕ ਜਿਹਨੂੰ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਚੁਰ ਕਰਬੇ ਕੋਹ ਸਾਜਾ। ਕਹਿੰਦੇ ਨੇ ਇਸ ਤਰ੍ਹਾਂ ਫਿਰ ਪਰਮਾਤਮਾ ਨੇ ਮੈਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਕਰਕੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਮੈਂ ਸਪਤ ਸ੍ਰਿੰਗ ਜਿਹੜਾ ਪਹਾੜ ਸੀ, ਜਿਹਨੂੰ ਅੱਜ ਹੇਮਕੁੰਡ ਆਖਦੇ ਆ, ਉਸ ਅਸਥਾਨ ਦੇ ਉੱਪਰ ਮੈਂ ਤਪ ਪਿਆ ਕਰਦਾ ਸੀ। ਤੇ ਇੰਨਾ ਤਪ ਕੀਤਾ ਕਿ ਦਵੈ ਤੇ ਏਕ ਰੂਪ ਹੋਏ ਗਇਓ। ਪਰਮਾਤਮਾ ਦੀ ਇੰਨੀ ਕਿਰਪਾ ਹੋਈ ਕਿ ਹੁਣ ਵੇਖਣ ਨੂੰ ਦੋ ਰੂਪ ਨਹੀਂ ਲੱਗਦੇ, ਹੁਣ ਬਸ ਸਰੀਰ ਦੋ ਭਾਸਦੇ ਸੀ, ਅੰਦਰਲੀ ਬਿਰਤੀ ਇੱਕ ਹੋ ਚੁੱਕੀ ਸੀ। ਦਵੈ ਤੇ ਏਕ ਰੂਪ ਹੋ ਗਏ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਮੈਨੂੰ ਰੱਬ ਨੇ ਬੁਲਾਉਣਾ ਕੀਤਾ ਤੇ ਆਪਣੀ ਗੋਦ ਵਿੱਚ ਬਿਠਾ ਕਰਕੇ ਆਖਿਆ ਸੀ ਕਿ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰਚੂਰ ਕਰਬੇ ਕੋਹ ਸਾਜਾ। ਕਿ ਮੈਂ ਤੈਨੂੰ ਆਪਣਾ ਪੁੱਤਰ ਜਾਣਿਆ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਸੰਸਾਰ ਦੇ ਵਿੱਚ ਭੇਜਣ ਲੱਗਾ। ਕੀ ਕਰਨਾ ਹੈ? ਪੰਥ ਪਰਚੂਰ ਕਰਬੇ ਕੋਹ ਸਾਜਾ, ਕਿ ਪੰਥ ਦਾ ਪ੍ਰਚਾਰ ਕਰਨਾ ਹੈ। ਕਿਹੜੇ ਪੰਥ ਦਾ ਪ੍ਰਚਾਰ ਕਰਨਾ? ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਕੋਈ ਵੱਖਰਾ ਜਾਂ ਕੋਈ ਨਵਾਂ ਪੰਥ ਨਹੀਂ ਸੀ ਚਲਾਉਣਾ। ਸਤਿਗੁਰੂ ਮਹਾਰਾਜ ਜਿਸ ਪੰਥ ਦੀ ਗੱਲ ਕਰਦੇ ਪਏ ਨੇ, ਉਹ ਪੰਥ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਤਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਮਹਾਰਾਜ ਪਾਤਸ਼ਾਹ ਦੇ ਸ਼ਬਦ ਦੇ ਨਾਲ ਸਿੱਧਾਂ ਨੂੰ ਜਿੱਤਦੇ ਆ। ਸਤਿਗੁਰੂ ਮਹਾਰਾਜ ਆਪਣੇ ਪੰਥ ਨੂੰ ਨਿਰਾਲਾ ਕਰਨ ਤੋਂ ਭਾਵ ਸੀ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ 4 ਉਦਾਸੀਆਂ ਕੀਤੀਆਂ। ਹਿੰਦੂ ਤੀਰਥਾਂ 'ਤੇ ਗਏ, ਜੈਨੀਆਂ ਨੂੰ ਮਿਲੇ। ਸਤਿਗੁਰੂ ਮਹਾਰਾਜ ਪਾਤਸ਼ਾਹ ਮੁਸਲਮਾਨ ਜਿਹੜੇ ਅਸਥਾਨ ਸੀ ਉੱਥੇ ਵੀ ਜਾਂਦੇ ਨੇ, ਪਰ ਮਹਾਰਾਜ ਨੇ ਆਪਣੇ ਪੰਥ ਨੂੰ ਕਿਸੇ ਦੇ ਵਿੱਚ ਜਿਹੜਾ ਸੀ ਗਲਤਾਨ ਨਹੀਂ ਹੋਣ ਦਿੱਤਾ। ਆਪਣੇ ਪੰਥ ਨੂੰ ਮਹਾਰਾਜ ਨਿਰਾਲਾ ਰੱਖਦੇ ਨੇ। ਆਪਣੇ ਪੰਥ ਦੀ ਸੋਭਾ ਜਿਹੜੀ ਸੀ, ਵਡਿਆਈ ਜਿਹੜੀ ਸੀ, ਵੱਖਰੀ ਰੱਖੀ ਸਤਿਗੁਰੂ ਮਹਾਰਾਜ ਨੇ। ਸਿੱਧਾਂ ਨੇ ਬਹੁਤ ਯਤਨ ਕੀਤੇ। ਔਰ ਬਾਣੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੜ੍ਹਦੇ ਹਾਂ ਤੇ ਸਮੁੱਚੀ ਬਾਣੀ ਦੇ ਅੰਦਰ ਇੰਨੇ ਸਵਾਲ ਕਿਸੇ ਹੋਰ ਜਿਹੜਾ ਸਾਧੂ ਫਕੀਰ ਜਾਂ ਕਿਸੇ ਜਿਹੜਾ ਸੀ ਉਹ ਪੀਰ ਪਕੰਬਰ ਉਹਨੇ ਨਹੀਂ ਕੀਤੇ ਸਤਿਗੁਰੂ ਮਹਾਰਾਜ ਨੂੰ। ਜਿੰਨੇ ਸਵਾਲ ਜਿਹੜੇ ਸੀ ਸਤਿਗੁਰੂ ਮਹਾਰਾਜ ਦੇਖੋ ਗਏ ਨੇ, ਮੱਕੇ ਗਏ, ਮਦੀਨੇ ਗਏ, ਬਗਦਾਦ ਗਏ, ਮੁਲਤਾਨ ਗਏ, ਪਰ ਮਹਾਰਾਜ ਨੂੰ ਇੰਨੇ ਸਵਾਲ ਕਿਸੇ ਨੇ ਨਹੀਂ ਕੀਤੇ ਜਿੰਨੇ ਸਵਾਲ ਸਤਿਗੁਰੂ ਮਹਾਰਾਜ ਪਾਤਸ਼ਾਹ ਨੂੰ ਇਹਨਾਂ ਸਿੱਧਾਂ ਨੇ ਕੀਤੇ ਨੇ। ਇੱਕ ਪੂਰੀ ਦੀ ਪੂਰੀ ਉਹ ਸਵਾਲਾਂ ਦਾ ਜਿਹੜਾ ਜਵਾਬ, ਸਵਾਲ ਤੇ ਜਵਾਬ ਜਿਹੜੇ ਨੇ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕੀਤਾ। ਬਾਣੀ ਦਾ ਨਾਮ ਹੈ ਸਿੱਧ ਗੋਸ਼ਟ। ਉਹਦੇ ਵਿੱਚ ਸਿੱਧ ਸਵਾਲ ਸਤਿਗੁਰੂ ਮਹਾਰਾਜ ਜੀ ਨੂੰ ਕਰਦੇ ਨੇ, ਬਾਰ-ਬਾਰ ਸਵਾਲ ਕਰਦੇ ਨੇ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਸਵਾਲਾਂ ਦਾ ਉੱਤਰ ਦਿੰਦੇ ਆ। ਉਹਨਾਂ ਨੇ ਸਵਾਲ ਕਰਕੇ ਪੁੱਛਣਾ ਕਿ ਮਹਾਰਾਜ ਦੱਸੋ ਤੁਹਾਡਾ ਗੁਰੂ ਕੌਣ ਹੈ, ਕਿੰਦੇ ਤੁਸੀਂ ਚੇਲੇ ਹੋ? ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਮੇਰਾ ਗੁਰੂ ਸ਼ਬਦ ਹੈ ਤੇ ਮੈਂ ਆਪਣੀ ਸੁਰਤੀ ਨੂੰ ਉਹਦਾ ਚੇਲਾ ਬਣਾ ਦਿੱਤਾ। ਜਾਂ ਇਹਨੂੰ ਧਿਆਨ ਦੇ ਨਾਲ ਸਮਝਣਾ ਹੋਵੇ ਤੇ ਇਹਦੇ ਅਰਥ ਇਹ ਹੁੰਦੇ ਨੇ ਕਿ ਜਦੋਂ ਬਾਣੀ ਪੜ੍ਹੀ ਜਾ ਰਹੀ ਹੈ, ਜਦੋਂ ਸ਼ਬਦ ਜਪਿਆ ਜਾ ਰਿਹਾ ਹੈ, ਜਦੋਂ ਕਥਾ ਹੋ ਰਹੀ, ਕੀਰਤਨ ਹੁੰਦਾ ਪਿਆ ਹੈ, ਉਸ ਵੇਲੇ ਆਪਣੀ ਸੁਰਤ ਜਿਹੜੀ ਹੈ, ਆਪਣਾ ਧਿਆਨ ਜਿਹੜਾ ਹੈ ਉਹਨੂੰ ਬਾਣੀ ਦੇ ਵਿੱਚ ਜੋੜ ਕੇ ਰੱਖਣਾ। ਇਹ ਹੈ ਸੁਰਤੀ ਨੂੰ ਚੇਲਾ ਬਣਾਉਣਾ ਸ਼ਬਦ ਦਾ।
ਪਰ ਜਦੋਂ ਸੁਰਤੀ ਆਸੇ-ਪਾਸੇ ਕਿਸੇ ਪਾਸੇ ਚਲੇਗੀ, ਕਾਰੋਬਾਰ ਵਾਲੇ ਪਾਸੇ ਚਲੇਗੀ, ਪਰਿਵਾਰ ਵਾਲੇ ਪਾਸੇ ਚਲੇਗੀ, ਇਹਦਾ ਮਤਲਬ ਕਿ ਅਜੇ ਸੁਰਤ ਕੱਚੀ ਹੈ ਤੇ ਸੁਰਤ ਚੇਲਾ ਬਣਨ ਨੂੰ ਤਿਆਰ ਨਹੀਂ। ਜਿਸ ਦਿਨ ਸੁਰਤ ਚੇਲਾ ਬਣ ਗਈ, ਸਮਝੋ ਉਸ ਦਿਨ ਸਿੱਖੀ ਦਾ ਜਿਹੜਾ ਸੀ ਜਾਂ ਸਤਿਗੁਰ ਮਹਾਰਾਜ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤਾ ਸੀ, ਉਹਦਾ ਜਿਹੜਾ ਸੀ ਉਹ ਸਫਲਾ ਹੋ ਗਿਆ। ਅਸੀਂ ਉਸ ਉਪਦੇਸ਼ ਤੇ ਤੁਰ ਚੁੱਕੇ ਹਾਂ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਇਹੀ ਕਿਹਾ ਕਿ ਇਹ ਨਹੀਂ ਕਿਹਾ ਕਿ ਮੇਰਾ ਫਲਾਨਾ ਗੁਰੂ ਹੈ। ਸਤਿਗੁਰ ਮਹਾਰਾਜ ਕਹਿੰਦੇ ਨਹੀਂ, ਮੇਰਾ ਸ਼ਬਦ ਗੁਰੂ ਹੈ। ਸ਼ਬਦ ਦੀ ਮਹਾਨਤਾ ਸਤਿਗੁਰ ਮਹਾਰਾਜ ਜੀ ਨੇ ਕਈ ਬਾਣੀ ਦੇ ਵਿੱਚ ਵੀ ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਸ਼ਬਦ ਨੂੰ ਨਹੀਂ ਮੰਨਦੇ, ਸ਼ਬਦ ਨੂੰ ਨਹੀਂ ਜਾਣਦੇ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ। ਉਹਨਾਂ ਦਾ ਸੰਸਾਰ ਦੇ ਵਿੱਚ ਆਉਣਾ ਵਿਅਰਥ ਹੈ। ਜਿਹੜੇ ਸ਼ਬਦ ਨੂੰ ਜਾਣਦੇ ਨਹੀਂ, ਸ਼ਬਦ ਨੂੰ ਮੰਨਦੇ ਨਹੀਂ, ਸ਼ਬਦ ਨੂੰ ਸੁਣਦੇ ਨਹੀਂ। ਕਿਉਂਕਿ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਇਓ ਸੁਨਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੀ ਅਨ ਲਾਲਚ, ਬਿਰਥਾ ਜਨਮ ਪ੍ਰਾਨੀ। ਇਹ ਜਨਮ ਮਨੁੱਖਾ ਸਤਿਗੁਰ ਮਹਾਰਾਜ ਕਹਿੰਦੇ ਨੇ ਮਿਲਿਆ ਹੈ, ਇਹ ਤਾਂ ਬਾਣੀ ਸੁਣਨ ਵਾਸਤੇ ਮਿਲਿਆ, ਬਾਣੀ ਪੜਨ ਵਾਸਤੇ ਮਿਲਿਆ ਹੈ। ਆਇਓ ਸੁਨਨ ਪੜਨ ਕੋ ਬਾਣੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜਪਜੀ ਸਾਹਿਬ, ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਕਿਰਪਾ ਕੀਤੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਸ਼ਰਮਨੋ ਮੇਰੇ ਹੋ, ਸਾਚੇ ਸੁਨਨੇ ਨੋ ਪਠਾਏ, ਸਾਚੇ ਸੁਨਨੇ ਨੋ ਪਠਾਏ, ਸਰੀਰ ਲਾਏ ਸੁਨੋ ਸਤ ਬਾਣੀ, ਜਿਤ ਸੁਨੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਨੀ। ਮਹਾਰਾਜ ਕਹਿੰਦੇ ਨੇ ਇਹ ਸ਼ਰਮਨੋ ਮੇਰੇ ਹੋ, ਸਾਚੇ ਸੁਨਨੇ ਨੋ ਪਠਾਏ, ਸਾਚੇ ਸੁਨਨੇ ਨੋ ਪਠਾਏ, ਸਰੀਰ ਲਾਏ। ਮਹਾਰਾਜ ਕਹਿੰਦੇ ਨੇ ਇਹ ਕੰਨ, ਇਹ ਸ਼ਰਵਣ ਦੇ ਅਰਥ ਹੁੰਦੇ ਨੇ ਕੰਨ। ਮਹਾਰਾਜ ਕਹਿੰਦੇ ਕੰਨ ਤਾਂ ਸਰੀਰ ਨੂੰ ਲੱਗਿਆ ਤਾਂ ਕਿ ਇਹਨਾਂ ਕੰਨਾਂ ਦੇ ਨਾਲ ਤੂੰ ਬਾਣੀ ਨੂੰ ਸੁਣ ਸਕੇ, ਇਹਨਾਂ ਕੰਨਾਂ ਦੇ ਨਾਲ ਨਾਮ ਨੂੰ ਸੁਣ ਸਕੇ। ਤੇ ਸਤਿਗੁਰ ਮਹਾਰਾਜ ਜੀ ਨੇ ਇਹ ਵੀ ਬਚਨ ਕਹੇ ਕਿ ਇਹ ਨਿਤਰੋ ਮੇਰੇ ਹੋ, ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਤੇ ਸਾਡੀ ਹਾਲਤ ਤਾਂ ਅਸਲੀਅਤ ਇਹ ਆ ਕਿ ਹਾਲਤ ਇਹ ਆ ਕਿ ਸਾਨੂੰ ਦਿਸਦਾ ਹੀ ਅਵਰ ਏ, ਸਾਨੂੰ ਤੇ ਹਰ ਬਿਨ ਅਵਰ ਨਾ ਦੇਖੋ ਕੋਈ। ਮਹਾਰਾਜ ਕਹਿੰਦੇ ਰੱਬ ਤੋਂ ਬਗੈਰ ਤੈਨੂੰ ਹੋਰ ਕੁਝ ਵੀ ਨਾ ਦਿਸੇ, ਪਰ ਅਜੇ ਵੀ ਜੇਕਰ ਮੇਰ ਤੇਰ ਬਣੀ ਹੋਈ ਆ ਕਿ ਉਹ ਮੇਰਾ ਦੁਸ਼ਮਣ ਤੇ ਉਹ ਮਿੱਤਰ, ਇਹਦਾ ਮਤਲਬ ਕਿ ਹਜੇ ਉਹ ਬਾਣੀ ਜੋ ਸਾਨੂੰ ਆਖਦੀ ਆ, ਅਸੀਂ ਉਹ ਬਾਣੀ ਦੇ ਉੱਤੇ ਤੁਰਦੇ ਨਹੀਂ ਪਏ। ਅਜੇ ਵੀ ਸਾਨੂੰ ਇੱਕ ਦੂਸਰੇ ਵਿੱਚ ਫਰਕ ਦਿਸਦਾ ਪਿਆ ਹੈ, ਅਜੇ ਵੀ ਸਾਨੂੰ ਚੰਗਾ ਤੇ ਮਾੜਾ ਦਿਸਦਾ ਹੈ, ਅਜੇ ਵੀ ਵਿਰੋਧੀ ਤੇ ਆਪਣਾ ਦਿਸਦਾ ਹੈ। ਸਤਿਗੁਰ ਮਹਾਰਾਜ ਕਹਿੰਦੇ ਨੇ ਜਿੱਦਣ ਬਾਣੀ ਹਿਰਦੇ ਵਿੱਚ ਟਿਕੇਗੀ ਉਦਨ ਦੁਸ਼ਮਣ ਰਹੇਗਾ ਕੋਈ ਨਹੀਂ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਮਹਾਰਾਜ ਕਹਿੰਦੇ ਨੇ ਕਿ ਮੈਂ ਤੇ ਹਰ ਇੱਕ ਨੂੰ ਆਪਣਾ ਮਿੱਤਰ, ਆਪਣਾ ਸੱਜਣ ਬਣਾਇਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਥ ਚਲਾਇਆ, ਮਹਾਰਾਜ ਜੀ ਦੇ ਪੰਥ ਨੂੰ ਆਪਣੇ ਵਿੱਚ ਮਿਲਾਉਣ ਦਾ ਯਤਨ ਬਹੁਤ ਕੀਤਾ, ਕੋਸ਼ਿਸ਼ ਬਹੁਤ ਕੀਤੀ ਗਈ ਸਿੱਧਾਂ ਵੱਲੋਂ। ਅਗਲੇ ਦੀਵਾਨ ਦੇ ਵਿੱਚ ਆਪਾਂ ਇਹਨੂੰ ਦੇਖਣ ਦਾ ਥੋੜ੍ਹਾ ਯਤਨ ਵੀ ਕਰਾਂਗੇ ਕਿ ਕਿਵੇਂ ਉਹ ਕੋਸ਼ਿਸ਼ ਵੀ ਕਰਦੇ ਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੇਕਰ ਸਾਡੇ ਵਿੱਚ ਰਲ ਜਾਣ ਤੇ ਫਿਰ ਉਹ ਸਾਡਾ ਪੰਥ ਦਾ ਪ੍ਰਚਾਰ ਕਰਨਗੇ, ਕਿਉਂਕਿ ਉਹ ਵੀ ਸੋਚਦੇ ਆ ਨਾ ਕਿ ਸਾਡਾ ਪੰਥ ਉੱਚਾ ਹੋ ਜਾਏ। ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ, ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੂੰ ਆਖਦੇ ਨੇ ਕਿ ਸਭ ਤੋਂ ਉੱਚਾ ਤੇ ਵੱਡਾ ਪੰਥ ਹੈ ਆਈ। ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ। ਮਹਾਰਾਜ ਕਹਿੰਦੇ ਨੇ ਕਿ ਆਈ ਪੰਥ ਦੇ ਲੋਕ ਜਿਹੜੇ ਜੋਗੀ ਸਨ ਉਹ ਵੀ ਆਏ, ਉਹਨਾਂ ਨੇ ਵੀ ਵਿਚਾਰ ਕੀਤੀ। ਇਹ ਸਾਰੀਆਂ ਵਿਚਾਰਾਂ ਅਗਲੇ ਦੀਵਾਨ ਦੇ ਵਿੱਚ ਆਪਾਂ ਸਰਵਣ ਕਰਾਂਗੇ। ਅਰਦਾਸ ਕਰੋ ਸਤਿਗੁਰ ਮਹਾਰਾਜ ਪਾਤਸ਼ਾਹ ਜੀ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ, ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇਗ ਬਹਾਦਰ ਸਿਮਰਿਐ, ਕਰਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰਨਾਉ ਨਿਤ